Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਸ਼ਲੋਕ। ਧਨ ਧਨ ਕਹਾ ਪੁਕਾਰ ਤੇ ਮਾਇਆ ਮੋਹ ਸਭ ਕੂਰ, ਨਾਮ ਵਿਹੂਣੇ ਨਾਨਕਾ ਹੋਤ ਜਾਤ ਸਭ ਧੂਰ। ਗੁਰੂ ਜੀ ਕਹਿੰਦੇ ਕਿ ਕਿਉਂ ਹਰ ਵਕਤ ਤੁਸੀਂ ਧਨ ਧਨ ਪੁਕਾਰਦੇ ਰਹਿੰਦੇ ਹੋ, ਹੋਰ ਜ਼ਿਆਦਾ ਧਨ ਇਕੱਠਾ ਕਰਨ ਦੇ ਲਈ ਲੋਚਦੇ ਰਹਿੰਦੇ ਹੋ। ਇਹ ਜੋ ਮਾਇਆ ਦਾ ਮੋਹ ਹੈ, ਇਹ ਕੂਰ ਹੈ, ਝੂਠ ਹੈ, ਇਹਨੇ ਤੁਹਾਡਾ ਸਾਥ ਨਹੀਂ ਦੇਣਾ। ਹੇ ਨਾਨਕ, ਜਿਹੜੇ ਮਨੁੱਖ ਨਾਮ ਤੋਂ ਸੱਖਣੇ ਰਹਿੰਦੇ ਨੇ, ਉਹਨਾਂ ਦਾ ਜੀਵਨ ਧੂਰ ਜਾਣੀ ਕਿ ਖੇਹ ਹੁੰਦਾ ਜਾਂਦਾ ਹੈ। ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਪਾਈ, ਉਹਨਾਂ ਕੋਲ ਬੇਸ਼ੁਮਾਰ ਧਨ ਦੌਲਤ ਦੇ ਹੁੰਦਿਆਂ ਵੀ ਉਹਨਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਨਹੀਂ ਹੈ, ਠਹਿਰਾਓ ਨਹੀਂ ਹੈ, ਅਡੋਲਤਾ ਨਹੀਂ ਹੈ। ਬੇਸ਼ੁਮਾਰ ਧਨ ਦੌਲਤ ਇਕੱਠੀ ਕਰਨ ਦੇ ਬਾਵਜੂਦ ਵੀ ਹੋਰ ਜ਼ਿਆਦਾ ਧਨ ਦੌਲਤ ਇਕੱਠੀ ਕਰਨ ਦੇ ਲਈ ਭਟਕਦੇ ਰਹਿੰਦੇ ਨੇ। ਪਵੜੀ। ਧੱਦਾ ਧੂਰ ਪੁਨੀਤ ਤੇਰੇ ਜਨੂਆ, ਧਨ ਤੇਊ ਜਿਹ ਰੁਚ ਇਆ ਮਨੂਆ। 52 ਅੱਖਰੀ ਦੀ ਬਾਣੀ ਹੈ, ਇਸ ਕਰਕੇ ਇੱਕ ਇੱਕ ਕਰਕੇ ਸਾਰੇ ਹੀ ਅੱਖਰ ਇਹਨਾਂ ਪੌੜੀਆਂ ਦੇ ਵਿੱਚ ਆਉਣੇ ਨੇ ਤੇ ਉਸ ਅੱਖਰ ਨਾਲ ਸੰਬੰਧਿਤ ਕੋਈ ਸਿੱਖਿਆ ਸਾਨੂੰ ਗੁਰੂ ਜੀ ਨੇ ਦੇਣੀ ਹੈ। ਇਸ ਸ਼ਬਦ ਦੇ ਵਿੱਚ ਧੱਦੇ ਤੋਂ ਸਿੱਖਿਆ ਦੇ ਰਹੇ ਨੇ। ਕਹਿੰਦੇ ਧੱਦਾ ਧੂਰ ਪੁਨੀਤ ਤੇਰੇ ਜਨੂਆ, ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਪਵਿੱਤਰਤਾ ਬਖਸ਼ਣ ਵਾਲੀ ਹੈ, ਪਵਿੱਤਰ ਕਰਨ ਵਾਲੀ ਹੈ। ਉਹ ਮਨੁੱਖ, ਉਹ ਬੰਦੇ ਧਨ ਨੇ। ਤੇਊ ਤੋਂ ਭਾਵ ਉਹ ਬੰਦੇ ਧਨ ਨੇ, ਭਾਗਾਂ ਵਾਲੇ ਨੇ, ਜਿਨ੍ਹਾਂ ਦੇ ਮਨਾਂ ਦੇ ਵਿੱਚ ਇਸ ਧੂੜ ਨੂੰ ਹਾਸਲ ਕਰਨ ਦੀ ਤਾਂਘ ਹੈ। ਧਨ ਨਹੀਂ ਬਾਛੈ, ਸੁਰਗ ਨਾ ਆਛੈ। ਅਜਿਹੇ ਮਨੁੱਖ ਨਾ ਤੇ ਧਨ ਲੋੜਦੇ ਨੇ ਤੇ ਨਾ ਹੀ ਸੁਰਗ ਦੀ ਤਾਂਘ ਕਰਦੇ ਨੇ। ਉਹਨਾਂ ਨੂੰ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਲੋੜੀਂਦੀ ਹੈ। ਅਤ ਪ੍ਰੀਐ ਪ੍ਰੀਤ ਸਾਧ ਰਜ ਰਾਚੈ, ਰਜ ਤੋਂ ਭਾਵ ਵੀ ਧੂੜ ਹੀ ਹੈ। ਗੁਰੂ ਜੀ ਕਹਿੰਦੇ ਕਿ ਅਜਿਹੇ ਮਨੁੱਖ ਤਾਂ ਆਪਣੇ ਅਤੀ ਪਿਆਰੇ ਪ੍ਰਮਾਤਮਾ ਦੀ ਪ੍ਰੀਤ 'ਚ ਤੇ ਉਸ ਪ੍ਰਮਾਤਮਾ ਦੇ ਸਾਧ ਜਨਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਮਸਤ ਰਹਿੰਦੇ ਹਨ, ਰਚੇ ਰਹਿੰਦੇ ਹਨ। ਧੰਦੇ ਕਹਾ ਵਿਆਪੈ ਤਾਹੂ। ਕਹਿੰਦੇ ਅਜਿਹੇ ਮਨੁੱਖਾਂ ਨੂੰ ਮਾਇਆ ਦਾ ਕੋਈ ਜੰਜਾਲ ਕਿੱਥੇ ਵਿਆਪਦਾ ਹੈ। ਜੋ ਏਕ ਛਾੜ ਅਨ ਕਤੈ ਨਾ ਜਾਹੂ। ਜਿਨ੍ਹਾਂ ਨੇ ਆਪਣੀ ਪ੍ਰੀਤ ਹੀ ਉਸ ਪ੍ਰਮਾਤਮਾ ਦੇ ਨਾਲ ਜੋੜੀ ਹੋਈ ਹੈ, ਆਪਣੀ ਓਟ ਹੀ ਉਸ ਪ੍ਰਮਾਤਮਾ 'ਤੇ ਰੱਖੀ ਹੋਈ ਹੈ, ਉਹਨੂੰ ਛੱਡ ਕੇ ਹੋਰ ਕਿਸੇ ਦੇ ਨਾਲ ਉਹਨਾਂ ਨੇ ਪ੍ਰੀਤ ਜੋੜੀ ਹੀ ਨਹੀਂ, ਤਾਂ ਗੁਰੂ ਜੀ ਕਹਿੰਦੇ ਅਜਿਹੇ ਮਨੁੱਖਾਂ 'ਤੇ ਮਾਇਆ ਦੇ ਮੋਹ ਦਾ ਜਾਲ ਨਹੀਂ ਪੈਂਦਾ। ਮਾਇਆ ਦਾ ਮੋਹ ਉਹਨਾਂ 'ਤੇ ਜ਼ੋਰ ਨਹੀਂ ਪਾ ਸਕਦਾ। ਜਾਕੈ ਹੀਐ ਦਿਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਦੇ ਵਿੱਚ ਉਸ ਪਰਮਾਤਮਾ ਨੇ ਆਪਣਾ ਨਾਮ ਵਸਾ ਦਿੱਤਾ ਹੈ, ਉਹ ਉਸ ਪਰਮਾਤਮਾ ਦੇ ਪੂਰਨ ਸੰਤ ਬਣ ਜਾਂਦੇ ਨੇ, ਉਹਦਾ ਰੂਪ ਬਣ ਜਾਂਦੇ ਨੇ। ਸ਼ਲੋਕ। ਅਨਕ ਭੇਖ ਅਰ ਇਆਨ ਧਿਆਨ, ਮਨ ਹਠ ਮਿਲਿਓ ਨਾ ਕੋਏ, ਕਹੋ ਨਾਨਕ ਕਿਰਪਾ ਭਈ ਭਗਤ ਇਆਨੀ ਸੋਏ। ਗੁਰੂ ਜੀ ਕਹਿੰਦੇ ਕਿ ਅਨੇਕਾਂ ਪ੍ਰਕਾਰ ਦੇ ਧਾਰਮਿਕ ਭੇਖ ਕਰ ਲਵੋ, ਧਰਮ ਚਰਚਾ ਕਰ ਲਵੋ, ਆਪਣੇ ਮਨ ਦੇ ਹੱਠ ਦੇ ਨਾਲ
ਸਮਾਧੀਆਂ ਲਾ ਲਵੋ, ਪਰ ਇਸ ਪ੍ਰਕਾਰ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ। ਪ੍ਰਮਾਤਮਾ ਦਾ ਭਗਤ ਉਹੀ ਇਨਸਾਨ ਬਣ ਸਕਦਾ ਹੈ, ਉਹਦੇ ਨਾਲ ਸਾਂਝ ਉਹੀ ਮਨੁੱਖ ਪਾ ਸਕਦਾ ਹੈ ਜਿਸ ਤੇ ਉਹ ਪ੍ਰਮਾਤਮਾ ਖੁਦ ਕਿਰਪਾ ਕਰੇ। ਕਹੋ ਨਾਨਕ ਕਿਰਪਾ ਭਈ, ਭਗਤ ਇਆਨੀ ਸੋਏ। ਪੌੜੀ। ਅਈਆਂ ਇਆਨ ਨਹੀਂ ਮੁਖ ਬਾਤੋ, ਅਨਕ ਜੁਗਤ ਸ਼ਾਸਤਰ ਕਰ ਭਾਂਤੋ। ਨਿਰੀਆਂ ਮੂੰਹ ਦੀਆਂ ਗੱਲਾਂ ਨਾਲ ਤੇ ਸ਼ਾਸਤਰਾਂ ਦੀਆਂ ਅਨੇਕ ਕਿਸਮ ਦੀਆਂ ਜੁਗਤੀਆਂ ਵਰਤਿਆਂ ਪਰਮਾਤਮਾ ਦੇ ਨਾਲ ਜਾਣ ਪਛਾਣ ਨਹੀਂ ਹੋ ਸਕਦੀ, ਉਹ ਸਾਂਝ ਨਹੀਂ ਪੈ ਸਕਦੀ। ਇਆਨੀ ਸੋਏ ਜਾਕੈ ਦ੍ਰਿੜ ਸੋਊ, ਕਹਿਤ ਸੁਨਤ ਕਛ ਜੋਗ ਨਾ ਹੋਊ। ਪਰਮਾਤਮਾ ਦੇ ਨਾਲ ਜਾਣ ਪਛਾਣ, ਉਹਦੇ ਨਾਲ ਸਾਂਝ ਉਹੀ ਇਨਸਾਨ ਕਾਇਮ ਕਰ ਸਕਦਾ ਹੈ ਜਿਹਦੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦਾ ਪੱਕਾ ਨਿਵਾਸ ਹੋਵੇ। ਦ੍ਰਿੜਤਾ ਦੇ ਨਾਲ ਉਹਨੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਇਆ ਹੋਵੇ, ਹਰ ਵਕਤ ਉਹਦੇ ਚੇਤੇ ਦੇ ਵਿੱਚ ਉਹ ਪਰਮਾਤਮਾ ਰਹੇ। ਵਰਨਾ ਗੁਰੂ ਜੀ ਕਹਿੰਦੇ ਕਿ ਨਿਰੀਆਂ ਗੱਲਾਂ ਸੁਣਨ ਜਾਂ ਆਖਣ ਦੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ। ਕਹਿਤ ਸੁਨਤ ਕਛ ਜੋਗ ਨਾ ਹੋਊ, ਜੋਗ ਤੋਂ ਭਾਵ ਮਿਲਾਪ। ਇਆਨੀ ਰਹਿਤ ਆਗਿਆ ਦ੍ਰਿੜ ਜਾਕੈ, ਉਸ਼ਨ ਸੀਤ ਸੰਸਰ ਸਭ ਤਾਕੈ। ਗਿਆਨੀ ਉਹੀ ਹੈ, ਉਸ ਪਰਮਾਤਮਾ ਦੇ ਨਾਲ ਸਾਂਝ ਕਾਇਮ ਕਰ ਸਕਣ ਵਾਲਾ ਮਨੁੱਖ ਉਹੀ ਹੈ ਜਿਨ੍ਹੇ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੀ ਰਜ਼ਾ ਨੂੰ ਦ੍ਰਿੜਤਾ ਦੇ ਨਾਲ ਵਸਾਇਆ ਹੋਇਆ ਹੈ, ਜਿਹੜਾ ਸਦਾ ਹੀ ਉਹਦੀ ਰਜ਼ਾ ਦੇ ਵਿੱਚ ਰਹਿੰਦਾ ਹੈ, ਆਤਮਿਕ ਤੌਰ ਤੇ ਅਡੋਲ ਰਹਿੰਦਾ ਹੈ। ਉਹਦੇ ਜੀਵਨ ਦੇ ਵਿੱਚ ਕੁਝ ਵੀ ਹੋ ਜਾਏ, ਸੁੱਖ ਆਵੇ ਭਾਵੇਂ ਦੁੱਖ ਆਵੇ, ਉਹ ਆਪਣੇ ਜੀਵਨ ਪੰਧ ਤੋਂ ਰੱਤਾ ਵੀ ਨਹੀਂ ਡੋਲਦਾ। ਉਸ਼ਨ ਸੀਤ ਸੰਸਰ ਸਭ ਤਾਕੈ। ਉਸ਼ਨ ਤੋਂ ਭਾਵ ਗਰਮੀ, ਸੀਤ ਤੋਂ ਭਾਵ ਠੰਡ, ਤੇ ਗਰਮੀ ਤੋਂ ਭਾਵ ਦੁੱਖ, ਠੰਡ ਤੋਂ ਭਾਵ ਸੁੱਖ। ਸੰਸਰ ਤੋਂ ਭਾਵ ਬਰਾਬਰ। ਦੁੱਖਾਂ ਤੇ ਸੁੱਖਾਂ ਨੂੰ ਉਹ ਮਨੁੱਖ ਬਰਾਬਰ ਕਰਕੇ ਜਾਣਦਾ ਹੈ, ਕਿਉਂਕਿ ਦੋਨਾਂ ਹੀ ਸਥਿਤੀਆਂ ਦੇ ਵਿੱਚ ਉਹਦੇ ਮਨ ਦੇ ਵਿੱਚ ਇਹ ਵਿਚਾਰ ਦ੍ਰਿੜਤਾ ਦੇ ਨਾਲ ਵਸਿਆ ਹੁੰਦਾ ਹੈ ਕਿ ਕੋਈ ਗੱਲ ਨਹੀਂ, ਇਹ ਵੀ ਉਸ ਪਰਮਾਤਮਾ ਦੀ ਰਜ਼ਾ ਹੀ ਹੈ। ਉਹਦੀ ਆਗਿਆ, ਉਹਦੀ ਰਜ਼ਾ ਉਹਨੇ ਆਪਣੇ ਹਿਰਦੇ ਦੇ ਵਿੱਚ ਦ੍ਰਿੜਤਾ ਦੇ ਨਾਲ ਵਸਾਈ ਹੁੰਦੀ ਹੈ। ਯਾਨੀ ਤਤ ਗੁਰਮੁਖ ਵਿਚਾਰੀ, ਨਾਨਕ ਜਾਕੋ ਕਿਰਪਾ ਧਾਰੀ। ਹੈ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਕਿਰਪਾ ਕਰੇ, ਜਿਹੜਾ ਮਨੁੱਖ ਗੁਰੂ ਦੇ ਰਾਹੀਂ ਜਗਤ ਦੇ ਮੂਲ ਪ੍ਰਭੂ ਦੇ ਗੁਣਾਂ ਦਾ ਵਿਚਾਰਵਾਨ ਬਣ ਜਾਵੇ, ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੇ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਸ ਮਨੁੱਖ ਦੀ ਸਾਂਝ ਉਸ ਪਰਮਾਤਮਾ ਦੇ ਨਾਲ ਬਣ ਜਾਂਦੀ ਹੈ। ਸ਼ਲੋਕ। ਆਵਣ ਆਏ ਸ੍ਰਿਸ਼ਟ ਮਹਿ, ਬਿਨ ਬੂਝੇ ਪਸ ਢੋਰ। ਨਾਨਕ ਗੁਰਮੁਖ ਸੋ ਬੂਝੈ, ਜਾਕੈ ਭਾਗ ਮਥੋਰ। ਗੁਰੂ ਜੀ ਕਹਿੰਦੇ ਕਿ ਜਗਤ ਦੇ ਵਿੱਚ ਬੜੇ ਇਨਸਾਨ ਜਨਮ ਲੈਂਦੇ ਨੇ, ਪਰ ਉਹਨਾਂ ਦੇ ਵਿੱਚੋਂ ਬਹੁਤੇ ਸਿਰਫ ਕਹਿਣ ਮਾਤਰ ਹੀ ਮਨੁੱਖਾ ਜਨਮ ਲੈਂਦੇ ਨੇ। ਉਹ ਜੀਵਨ ਦਾ ਸਹੀ ਰਸਤਾ ਬੁੱਝ ਹੀ ਨਹੀਂ ਪਾਉਂਦੇ ਤੇ ਬਿਨਾਂ ਬੁੱਝਿਆਂ ਪਸ਼ੂਆਂ ਵਾਂਗ ਜ਼ਿੰਦਗੀ ਬਤੀਤ ਕਰਕੇ ਚਲੇ ਜਾਂਦੇ ਨੇ। ਆਵਨ ਆਏ ਸ੍ਰਿਸ਼ਟ ਮਹਿ, ਬਿਨ ਬੂਝੇ ਪਸ ਢੋਰ। ਪਸ਼ੂਆਂ ਵਾਂਗ ਹੀ ਜੀਵਨ ਗੁਜ਼ਾਰਦੇ ਰਹਿੰਦੇ ਹਨ। ਨਾਨਕ ਗੁਰਮੁਖ ਸੋ ਬੂਝੈ, ਜਾਕੈ ਭਾਗ ਮਥੋਰ। ਕਹਿੰਦੇ ਹੈ ਨਾਨਕ, ਗੁਰਮੁਖ ਬਣ ਕੇ, ਗੁਰੂ ਦੇ ਲੜ ਲੱਗ ਕੇ ਜੀਵਨ ਦਾ ਸਹੀ ਰਸਤਾ ਉਹੀ ਬੁੱਝਦਾ ਹੈ ਜਿਹਦੇ ਮੱਥੇ ਦੇ ਉੱਤੇ ਆਪਣੇ ਪਿਛਲੇ ਕਰਮਾਂ ਦੇ ਕਾਰਨ, ਚੰਗੇ ਕਰਮਾਂ ਦੇ ਕਾਰਨ ਭਾਗ ਜਾਗ ਪੈਂਦੇ ਨੇ। ਪੌੜੀ। ਯਾ ਜੁਗ ਮਹਿ ਏਕੈ ਕਉ ਆਇਆ। ਕਹਿੰਦੇ ਇਹ ਮਨੁੱਖ ਇਸ ਜਗਤ ਦੇ ਵਿੱਚ ਸਿਰਫ ਇੱਕ ਕਾਰਜ ਕਰਨ ਦੇ ਲਈ ਆਇਆ ਹੈ, ਉਹ ਹੈ ਉਸ ਪਰਮਾਤਮਾ ਦਾ ਸਿਮਰਨ,
ਪਰ ਤਰਾਸਦੀ ਦੀ ਗੱਲ ਇਹ ਹੈ ਕਿ ਜਨਮਤ ਮੋਹਿਓ ਮੋਹਨੀ ਮਾਇਆ, ਜੰਮਦੇ ਨੂੰ ਹੀ ਠੱਗਣੀ ਮਾਇਆ ਠੱਗ ਲੈਂਦੀ ਹੈ। ਗਰਭ ਕੁੰਟ ਮਹਿ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਤੇ। ਇਹ ਆਮ ਪ੍ਰਚਲਿਤ ਵਿਚਾਰ ਹੈ, ਆਮ ਪ੍ਰਚਲਿਤ ਖਿਆਲ ਹੈ ਕਿ ਜੀਵ ਮਾਂ ਦੇ ਪੇਟ ਵਿੱਚ ਪੁੱਠੇ ਲਟਕੇ ਹੋਏ ਪਰਮਾਤਮਾ ਦਾ ਭਜਨ ਕਰਦੇ ਹਨ। ਉੱਥੇ ਉਹ ਸਵਾਸ ਸਵਾਸ ਉਸ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ। ਤੇ ਇਹਦੇ ਵਿੱਚ ਜੋ ਸੋਚਣ ਵਾਲੀ ਗੱਲ ਹੈ ਉਹ ਇਹ ਹੈ ਕਿ ਕਿਉਂਕਿ ਆਪਣੀ ਮਾਂ ਦੇ ਪੇਟ ਦੇ ਵਿੱਚ ਜੀਵ ਪੁੱਠਾ ਲਟਕਿਆ ਹੁੰਦਾ ਹੈ, ਤਕਲੀਫ ਦੇ ਵਿੱਚ ਹੁੰਦਾ ਹੈ, ਤਾਂ ਉਸ ਵਕਤ ਉਹ ਪਰਮਾਤਮਾ ਨੂੰ ਯਾਦ ਕਰਦਾ ਹੈ। ਤੇ ਇਹ ਵਿਰਤੀ ਜਗਤ ਦੇ ਵਿੱਚ ਆ ਜਾਣ ਤੋਂ ਬਾਅਦ ਵੀ ਜਾਂਦੀ ਨਹੀਂ। ਜਦ ਵੀ ਮਨੁੱਖ ਦੀ ਕੋਈ ਭੀੜ ਆਉਂਦੀ ਹੈ, ਕੋਈ ਦੁੱਖ ਆਉਂਦਾ ਹੈ, ਉਸ ਵਕਤ ਉਹ ਪਰਮਾਤਮਾ ਨੂੰ ਜ਼ਰੂਰ ਯਾਦ ਕਰਦਾ ਹੈ। ਖੁਸ਼ੀ ਦੇ ਵੇਲੇ ਕਰੇ ਭਾਵੇਂ ਨਾ ਕਰੇ। ਬਹੁਤੇ ਮਨੁੱਖ ਹਨ ਜੋ ਖੁਸ਼ੀ ਵੇਲੇ ਵੀ ਉਸ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਨਹੀਂ ਭੁੱਲਦੇ, ਪਰ ਬਹੁਤੇ ਅਜਿਹੇ ਵੀ ਹਨ ਜੋ ਖੁਸ਼ੀ ਵੇਲੇ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਪਰ ਦੁੱਖ ਆਉਣ 'ਤੇ ਹੀ ਹੱਥ ਜੋੜ ਕੇ ਉਸ ਪਰਮਾਤਮਾ ਅੱਗੇ ਬੇਨਤੀ ਕਰਨ ਲੱਗ ਜਾਂਦੇ ਹਨ। ਉਰਜ ਪਰੇ ਜੋ ਛੋੜ ਛਡਾਨਾ, ਦੇਵਨ ਹਾਰ ਮਨੈ ਵਿਸਰਾਨਾ। ਉਰਜ ਪਰੇ ਤੋਂ ਭਾਵ ਉਲਝ ਪੈਣਾ, ਉਲਝੇ ਰਹਿਣਾ। ਛੋੜ ਛਡਾਨਾ ਇੱਥੇ ਮਾਇਆ ਨੂੰ ਸੰਬੋਧਨ ਕੀਤਾ ਗਿਆ ਹੈ। ਗੁਰੂ ਜੀ ਕਹਿੰਦੇ ਕਿ ਜਿਹੜੀ ਚੀਜ਼ ਨੂੰ ਛੱਡਣਾ ਚਾਹੀਦਾ ਤੇ ਜਿਹੜੀ ਚੀਜ਼ ਤੁਹਾਨੂੰ ਛੱਡ ਜਾਵੇਗੀ, ਜਿਹਨੇ ਤੁਹਾਡਾ ਸਾਥ ਨਹੀਂ ਦੇਣਾ, ਤੁਸੀਂ ਉਹਦੇ ਵਿੱਚ ਉਲਝੇ ਪਏ ਹੋ, ਉਹਦੇ ਵਿੱਚ ਤੇ ਉਲਝੇ ਰਹਿੰਦੇ ਹੋ। ਤੇ ਜੋ ਪ੍ਰਮਾਤਮਾ ਸਭ ਕੁਝ ਦੇਣਹਾਰ ਹੈ, ਜੋ ਸਾਨੂੰ ਸਭ ਕੁਝ ਬਖਸ਼ਦਾ ਹੈ, ਉਹਨੂੰ ਅਸੀਂ ਮਨੋਂ ਵਿਸਾਰੀ ਰੱਖਦੇ ਹਾਂ। ਉਰਜ ਪਰੇ ਜੋ ਛੋੜ ਛਡਾਨਾ, ਦੇਵਨਹਾਰ ਮਨੈ ਵਿਸਰਾਨਾ। ਧਾਰੋ ਕਿਰਪਾ ਜਿਸੈ ਗੁਸਾਈ, ਇਤ ਉਤ ਨਾਨਕ ਤਿਸ ਵਿਸਰੋ ਨਾਹੀ। ਹੇ ਨਾਨਕ, ਉਹ ਮਾਲਕ ਪਰਮਾਤਮਾ ਜਿਸ ਮਨੁੱਖ ਉੱਤੇ ਵੀ ਆਪਣੀ ਕਿਰਪਾ ਧਾਰਦਾ ਹੈ, ਕਿਰਪਾ ਕਰਦਾ ਹੈ, ਉਹ ਮਨੁੱਖ ਇਤ ਉਤ ਯਾਨੀ ਲੋਕ ਹੋਵੇ ਜਾਂ ਪਰਲੋਕ ਹੋਵੇ, ਉਹ ਕਦੇ ਵੀ ਉਸ ਪਰਮਾਤਮਾ ਨੂੰ ਆਪਣੇ ਮਨ ਤੋਂ ਵਿਸਾਰਦਾ ਨਹੀਂ। ਸ਼ਲੋਕ। ਆਵਤ ਹੁਕਮ ਬਿਨਾਸ ਹੁਕਮ, ਆਗਿਆ ਭਿੰਨ ਨਾ ਕੋਏ। ਆਵਨ ਜਾਣਾ ਤਹ ਮਿਟੈ ਨਾਨਕ, ਜਹ ਮਨ ਸੋਏ। ਗੁਰੂ ਜੀ ਕਹਿੰਦੇ ਕਿ ਜੀਵ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੰਮਦਾ ਹੈ ਤੇ ਹੁਕਮ ਦੇ ਵਿੱਚ ਹੀ ਮਰਦਾ ਹੈ। ਕੋਈ ਵੀ ਜੀਵ ਉਸ ਪਰਮਾਤਮਾ ਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ। ਤੇ ਇਹ ਆਉਣ ਜਾਣ ਉਸੇ ਜੀਵ ਦਾ ਮਿਟਦਾ ਹੈ। ਇਹ ਜਨਮ ਮਰਨ ਦਾ ਗੇੜ ਉਸੇ ਦਾ ਹੀ ਮੁੱਕਦਾ ਹੈ ਜਿਹਨੇ ਆਪਣੇ ਮਨ ਦੇ ਵਿੱਚ ਉਸ ਮਾਲਕ ਪਰਮਾਤਮਾ ਨੂੰ ਵਸਾ ਲਿਆ ਹੈ। ਪੌੜੀ। ਏਊ ਜੀ ਬਹੁਤ ਗਰਭ ਵਾਸੇ, ਮੋਹ ਮਗਨ ਮੀਠ ਜੋਨ ਫਾਸੇ। ਇਹ ਜੀਵ ਅਨੇਕਾਂ ਜੂਨਾਂ ਵਿੱਚ ਵਾਸ ਲੈਂਦੇ ਨੇ, ਮਿੱਠੇ ਮੋਹ ਵਿੱਚ ਮਸਤ ਹੋ ਕੇ ਜੂਨਾਂ ਦੇ ਗੇੜ ਵਿੱਚ ਫਸ ਜਾਂਦੇ ਨੇ। ਇਨ ਮਾਇਆ ਤ੍ਰੈ ਗੁਣ ਬਸ ਕੀਨੇ, ਆਪਨ ਮੋਹ ਘਟੇ ਘਟ ਦੀਨੇ। ਇਸ ਮਾਇਆ ਨੇ ਜੀਵਾਂ ਨੂੰ ਆਪਣੇ 3 ਗੁਣਾਂ ਦੇ ਵਸ ਵਿੱਚ ਕਰ ਰੱਖਿਆ ਹੈ ਤੇ ਹਰੇਕ ਜੀਵ ਦੇ ਹਿਰਦੇ 'ਚ ਇਹਨੇ ਆਪਣਾ ਮੋਹ ਟਿਕਾ ਦਿੱਤਾ ਹੈ। ਇਹ ਸਾਜਨ ਕਛ ਕਹੋ ਉਪਾਇਆ। ਇਹ ਸੱਜਣ, ਕੋਈ ਉਪਾਅ ਕਰ, ਕੋਈ ਇਲਾਜ ਕਰ, ਮੈਨੂੰ ਕੋਈ ਇਲਾਜ ਦੱਸ। ਜਾਤੇ ਤਰੋ ਬਿਖਮ ਇਹ ਮਾਇਆ, ਜਿਹਦੇ ਨਾਲ ਕਿ ਮੈਂ ਇਸ ਔਖੀ ਮਾਇਆ ਦੇ ਸਮੁੰਦਰ 'ਚੋਂ ਪਾਰ ਲੰਘ ਸਕਾਂ। ਕਰ ਕਿਰਪਾ ਸਤ ਸੰਗ ਮਿਲਾਏ, ਨਾਨਕ ਤਾਕੈ ਨਿਕਟ ਨਾ ਮਾਏ। ਹੇ ਨਾਨਕ, ਉਹ ਪ੍ਰਮਾਤਮਾ ਆਪਣੀ ਮਿਹਰ ਕਰਕੇ ਜਿਸ ਜੀਵ ਨੂੰ ਆਪਣੀ ਸਤ ਸੰਗਤ ਬਖਸ਼ਦਾ ਹੈ, ਆਪਣੇ ਸੇਵਕਾਂ ਦੀ ਸੰਗਤ ਬਖਸ਼ਦਾ ਹੈ, ਮਾਇਆ ਉਸ ਜੀਵ ਦੇ ਨੇੜੇ ਨਹੀਂ ਟੁਕਦੀ। ਸ਼ਲੋਕ। ਕਿਰਤ ਕਮਾਵਣ ਸ਼ੁਭ ਅਸ਼ੁਭ, ਕੀਨੇ ਤਿਨ ਪ੍ਰਭ ਆਪ।
ਮਨੁੱਖ ਜੋ ਕਿਰਤ ਕਮਾਈਆਂ ਕਰਦਾ ਹੈ, ਸ਼ੁਭ ਅਸ਼ੁਭ ਭਾਵ ਚੰਗੇ ਤੇ ਮੰਦੇ ਕਾਰਜ ਕਰਦਾ ਹੈ, ਗੁਰੂ ਜੀ ਕਹਿੰਦੇ ਇਹ ਸਾਰੇ ਹੀ ਕਾਰਜ ਉਹ ਪ੍ਰਮਾਤਮਾ ਖੁਦ ਕਰਦਾ ਹੈ ਉਹਨਾਂ ਦੇ ਅੰਦਰ ਬੈਠ ਕੇ। ਕਿਰਤ ਕਮਾਵਣ ਸ਼ੁਭ ਅਸ਼ੁਭ ਕੀਨੇ ਤਿਨ ਪ੍ਰਭ ਆਪ, ਪਸ਼ ਆਪਨ ਹਉ ਹਉ ਕਰੈ, ਨਾਨਕ ਬਿਨ ਹਰ ਕਹਾਂ ਕਮਾਤ। ਪਰ ਇਹ ਪਸ਼ੂ ਦੀ ਵਿਰਤੀ ਵਾਲਾ, ਮੂਰਖ ਵਿਰਤੀ ਵਾਲਾ ਮਨੁੱਖ ਮੈਂ ਕਰਦਾ ਫਿਰਦਾ ਹੈ ਕਿ ਇਹ ਕਾਰਜ ਮੈਂ ਕੀਤਾ ਹੈ, ਜਦਕਿ ਸਾਰੇ ਕਾਰਜ ਤੇ ਉਹ ਪ੍ਰਮਾਤਮਾ ਖੁਦ ਸਾਡੇ ਤੋਂ ਕਰਵਾ ਰਿਹਾ ਹੈ। ਬਿਨ ਹਰ ਕਹਾ ਕਮਾਤ, ਗੁਰੂ ਜੀ ਕਹਿੰਦੇ ਕਿ ਉਸ ਪ੍ਰਮਾਤਮਾ ਦੀ ਪ੍ਰੇਰਨਾ ਤੋਂ ਬਿਨਾਂ ਕੋਈ ਜੀਵ ਕਿੱਥੇ ਕੁਝ ਕਰ ਸਕਦਾ ਹੈ। ਉਹਦੀ ਪ੍ਰੇਰਨਾ ਬਹੁਤ ਜ਼ਰੂਰੀ ਹੈ। ਅਸੀਂ ਜੋ ਵੀ ਕਰਦੇ ਹਾਂ, ਸਾਡੇ ਮਨ ਦੇ ਵਿੱਚ ਉਸ ਕਾਰਜ ਨੂੰ ਕਰਨ ਦੇ ਲਈ ਪ੍ਰੇਰਨਾ ਉਹ ਪ੍ਰਮਾਤਮਾ ਹੀ ਟਿਕਾਉਂਦਾ ਹੈ। ਕਈ ਵਾਰ ਦੂਜੇ ਮਨੁੱਖ ਕਿਸੇ ਦੂਜੇ ਇਨਸਾਨ ਨੂੰ ਬਹੁਤ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਉਹ ਟਸ ਤੋਂ ਮਸ ਨਹੀਂ ਹੁੰਦਾ। ਜੋ ਉਹਦੇ ਲਈ ਚੰਗਾ ਹੈ, ਜੋ ਉਹਨੂੰ ਕਰਨਾ ਚਾਹੀਦਾ ਹੈ, ਉਹ ਨਹੀਂ ਕਰਦਾ, ਜਿੰਨਾ ਮਰਜ਼ੀ ਉਹਨੂੰ ਅਸੀਂ ਮੋਟੀਵੇਟ ਕਰ ਲਈਏ। ਕਿਉਂ? ਕਿਉਂਕਿ ਉਹਦੇ ਅੰਦਰੋਂ ਉਸ ਪ੍ਰਮਾਤਮਾ ਨੇ ਉਹ ਪ੍ਰੇਰਨਾ ਪੈਦਾ ਨਹੀਂ ਕੀਤੀ। ਜਿਸ ਦਿਨ ਕਰ ਦਿੱਤੀ, ਉਹਨੂੰ ਸਾਡੀਆਂ ਕਿਸੇ ਵੀ ਪ੍ਰਕਾਰ ਦੀਆਂ ਮੋਟੀਵੇਸ਼ਨਲ ਸਪੀਚਾਂ ਦੀ ਲੋੜ ਨਹੀਂ ਪੈਣੀ। ਉਹਨੇ ਉੱਠ ਕੇ ਉਹ ਕਾਰਜ ਕਰ ਲੈਣਾ ਹੈ। ਪੌੜੀ ਏਕੈ ਆਪ ਕਰਾਵਣ ਹਾਰਾ ਫਿਰ ਤੋਂ ਉਸੇ ਸੰਦੇਸ਼ ਨੂੰ ਦ੍ਰਿੜ ਕਰਦੇ ਨੇ ਕਿ ਜੀਵਾਂ ਦੇ ਪਾਸੋਂ ਚੰਗੇ ਮੰਦੇ ਕੰਮ ਕਰਾਉਣ ਵਾਲਾ ਸਿਰਫ ਤੇ ਸਿਰਫ ਉਹ ਇੱਕ ਹੈ, ਪ੍ਰਮਾਤਮਾ। ਆਪੈ ਪਾਪ ਪੁੰਨ ਵਿਸਥਾਰਾ। ਇਹ ਜਗਤ ਦੇ ਵਿੱਚ ਜੋ ਚੰਗੇ ਤੇ ਮੰਦੇ ਕਰਮਾਂ ਦਾ ਖਿਲਾਰਾ ਪਿਆ ਹੋਇਆ ਹੈ, ਇਹ ਉਸ ਪ੍ਰਮਾਤਮਾ ਦਾ ਹੀ ਪਾਇਆ ਹੋਇਆ ਹੈ। ਉਹਨੇ ਹੀ ਇਹ ਸਭ ਕੁਝ ਬਣਾਇਆ ਹੈ। ਈਆ ਜੁਗ ਜਿਤ ਜਿਤ ਆਪੈ ਲਾਇਓ, ਸੋ ਸੋ ਪਾਇਓ ਜੋ ਆਪ ਦਿਵਾਇਓ। ਇਸ ਜਗਤ ਦੇ ਵਿੱਚ ਜੀਵ ਉਹਨਾਂ ਕੰਮਾਂ ਤੇ ਲੱਗੇ ਹੋਏ ਨੇ ਜਿਨ੍ਹਾਂ ਕੰਮਾਂ ਤੇ ਉਸ ਪ੍ਰਮਾਤਮਾ ਨੇ ਜੀਵਾਂ ਨੂੰ ਲਾਇਆ ਹੋਇਆ ਹੈ। ਉਹ ਉਹੀ ਕੁਝ ਹਾਸਲ ਕਰਦੇ ਨੇ ਜੋ ਉਹ ਪ੍ਰਮਾਤਮਾ ਉਹਨਾਂ ਨੂੰ ਬਖਸ਼ਦਾ ਹੈ। ਉਆ ਕਾ ਅੰਤ ਨਾ ਜਾਣੈ ਕੋਊ, ਜੋ ਜੋ ਕਰੈ ਸੋਊ ਫੁਨ ਹੋਊ। ਉਸ ਪ੍ਰਮਾਤਮਾ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਲੱਭਿਆ। ਕੋਈ ਵੀ ਜੀਵ ਉਸ ਪ੍ਰਮਾਤਮਾ ਦਾ ਅੰਤ ਨਹੀਂ ਜਾਣ ਸਕਿਆ। ਇਸ ਜਗਤ ਦੇ ਵਿੱਚ ਗੁਰੂ ਜੀ ਕਹਿੰਦੇ ਜੋ ਕੁਝ ਵੀ ਹੋ ਰਿਹਾ ਹੈ, ਉਹ ਪ੍ਰਮਾਤਮਾ ਆਪ ਹੀ ਕਰਦਾ ਹੈ। ਏਕੈ ਤੇ ਸਗਲਾ ਵਿਸਥਾਰਾ। ਉਸ ਇੱਕ ਤੋਂ ਹੀ ਇਹ ਸਾਰਾ ਪਸਾਰਾ ਹੋਇਆ ਹੈ। ਇਹ ਬ੍ਰਹਿਮੰਡ ਇੰਨਾ ਵੱਡਾ ਹੈ, ਇੰਨਾ ਵਿਸ਼ਾਲ ਹੈ। ਪੂਰੇ ਬ੍ਰਹਿਮੰਡ ਦੇ ਵਿੱਚ ਜੇ ਅਸੀਂ ਧਰਤੀ ਦੀ ਸਥਿਤੀ ਨੂੰ ਜਾਣੀਏ ਤਾਂ ਰੇਤ ਦੇ ਢੇਰ ਵਿੱਚ ਤਿਨਕੇ ਬਰਾਬਰ ਹੈ। ਇਹ ਬ੍ਰਹਿਮੰਡ ਤੇ ਬੜਾ ਹੀ ਵਿਸ਼ਾਲ ਹੈ ਤੇ ਇਹ ਸਾਰਾ ਵਿਸਥਾਰ, ਇਹ ਸਾਰਾ ਪਸਾਰਾ ਉਸ ਇੱਕ ਪ੍ਰਮਾਤਮਾ ਤੋਂ ਹੀ ਹੋਇਆ ਹੈ। ਨਾਨਕ ਆਪ ਸਵਾਰਨਹਾਰਾ। ਹੇ ਨਾਨਕ, ਉਹ ਪ੍ਰਮਾਤਮਾ ਜੀਵਾਂ ਨੂੰ ਖੁਦ ਹੀ ਸਿੱਧੇ ਰਾਹ ਤੇ ਪਾਉਣ ਵਾਲਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 251ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ 'ਚੋਂ ਅਸੀਂ ਇੱਕ ਸੰਦੇਸ਼ ਆਪਣੇ ਮਨਾਂ ਦੇ ਵਿੱਚ ਪੂਰੀ ਦ੍ਰਿੜਤਾ ਦੇ ਨਾਲ ਵਸਾ ਲਈਏ ਕਿ ਏਕੈ ਆਪ ਕਰਾਵਨਹਾਰਾ। ਅਸੀਂ ਕੁਝ ਨਹੀਂ ਕਰਦੇ, ਉਹ ਪ੍ਰਮਾਤਮਾ ਸਾਡੇ ਤੋਂ ਸਭ ਕੁਝ ਕਰਵਾਉਂਦਾ ਹੈ। ਸਾਨੂੰ ਕਿਸੇ ਵੀ ਚੀਜ਼ ਦਾ, ਕਿਸੇ ਵੀ ਸਾਡੇ ਕੰਮ ਦਾ ਕ੍ਰੈਡਿਟ ਲੈਣ ਦਾ ਕੋਈ ਹੱਕ ਨਹੀਂ। ਅਸੀਂ ਇਹ ਨਹੀਂ ਕਹਿਣਾ ਕਿ ਇਹ ਕੰਮ ਮੈਂ ਕੀਤਾ ਹੈ। ਇਹ ਕੰਮ ਤੇ ਸਾਡੇ ਤੋਂ ਉਸ ਪ੍ਰਮਾਤਮਾ ਨੇ ਕਰਵਾਇਆ ਹੈ। ਜੇ ਉਹ ਸਾਡੇ ਅੰਦਰ ਉਸ ਕਾਰਜ ਨੂੰ ਕਰਨ ਦੀ ਪ੍ਰੇਰਨਾ ਨਾ ਭਰੇ ਤੇ ਅਸੀਂ ਉਹ ਕਾਰਜ ਕਰ ਹੀ ਨਹੀਂ ਸਕਦੇ। ਜਿਸ ਪ੍ਰਕਾਰ ਦੇ ਕਾਰਜ ਦੀ ਪ੍ਰੇਰਨਾ ਸਾਡੇ ਅੰਦਰ ਉਹ ਪ੍ਰਮਾਤਮਾ ਭਰਦਾ ਹੈ, ਉਸੇ ਪ੍ਰਕਾਰ ਦਾ ਹੀ ਕਾਰਜ ਅਸੀਂ ਕਰਦੇ ਹਾਂ। ਤੇ ਬਾਕੀ ਉਸ ਪ੍ਰਮਾਤਮਾ ਨੂੰ ਅਸੀਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰਿਆ ਕਰੀਏ। ਗੁਰਬਾਣੀ ਵੀ ਸਿਰਫ ਪੜ੍ਹਨ ਦੇ ਨਾਲ, ਸੁਣਨ ਦੇ ਨਾਲ
ਅਸੀਂ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾ ਸਕਦੇ ਜਦੋਂ ਤੱਕ ਅਸੀਂ ਉਸ ਪਰਮਾਤਮਾ ਨੂੰ ਮਹਿਸੂਸ ਨਹੀਂ ਕਰਦੇ, ਜਦੋਂ ਤੱਕ ਉਹਦੀ ਰਜ਼ਾ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾ ਲੈਂਦੇ। ਆਪਣੇ ਮਨ ਨੂੰ ਨੀਵਾਂ ਕਰਕੇ ਉਸ ਪਰਮਾਤਮਾ ਦੇ ਅੱਗੇ ਝੁਕਣਾ ਪੈਂਦਾ ਹੈ, ਉਹਦੀ ਰਜ਼ਾ ਦੇ ਵਿੱਚ ਰਹਿਣਾ ਪੈਂਦਾ ਹੈ। ਹਰ ਵਕਤ ਉਹਦੀ ਰਜ਼ਾ ਦੇ ਵਿੱਚ ਰਹਿਣਾ ਪੈਂਦਾ ਹੈ। ਜੀਵਨ ਬਹੁਤ ਹੀ ਸ਼ਾਂਤਮਈ ਹੋ ਜਾਂਦਾ ਹੈ ਜਦੋਂ ਅਸੀਂ ਹਰ ਵਕਤ ਇਹ ਗੱਲ ਚੇਤੇ ਦੇ ਵਿੱਚ ਰੱਖਣ ਲੱਗ ਜਾਂਦੇ ਹਾਂ ਕਿ ਇਹ ਸਭ ਕੁਝ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਹੋ ਰਿਹਾ ਹੈ। ਸੋ ਇਸੇ ਹੀ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।